साध संगत आप सब माई भाई जितने भी सतगुरु जी की पवित्र हजूरी विच पहुंचे हो, सारे अपनी रचना की सफलता वास्ते शब्द विच बोलने की खेचल करो। पहले हिस्से में दास बोलेगा, दूसरे हिस्से में सब भाई ठीक कर दूंगा नहीं कह सकता, और तीसरे हिस्से में सब बीबियां भी शब्द विच बोल के अपनी रचना पवित्र बनाओ। कोई भी रचना शब्द की धारणा पड़े तो बगैर वांझी न रहेगी। दाना बिना दाना बिना दाना बिना तुम्हें दरिया दाना बिना तुम्हें दरिया मेरा दाना बिना दाना बिना दाना बिना दी तुम्हें दरिया मेरा दाना बिना दी। दाना बिना मैं मछली कैसे अंत नहा, जय जय देखा तह तह तू है तुझते निगसी फूट मरा। ना जाना मेरो ना जाना जाली, जा दुख लागे ता तुझे संभाली। तू भरपूर जानिया मैं दूर, जो कुछ करे सो तेरा हजूर। तू देखे हम कृपाओ तेरा कम ना तेरा नाए, जेता दे तेता हम खाओ। ब्यादर नाही कैदर जाओ, दाना बिना दाना बिना दाना बिना तुम्हें दरिया मेरा दाना बिना दाना बिना दाना बिना दाना बिना मेरा दाना नानक एक कहे अरदास, जियो पिंड सब तेरे पास। आपे नेड़ा दूर आपे ही, आपे मंझ में आनो आपे वेखे सुने आपे ही। कुदरत करे जहानो जो तिस भावे नानका। हुकुम सोई परवानो
दाना बिना दाना ਕਾਫੀ ਸਮੇਂ ਤੋਂ ਆਪ ਸਤਿਗੁਰਾਂ ਦੇ ਸੱਚਖੰਡ ਦਰਬਾਰ ਦੀਆਂ ਹਾਜ਼ਰੀਆਂ ਭਰ ਰਹੇ ਹੋ। ਗੁਰਬਾਣੀ ਦੇ ਅੰਮ੍ਰਿਤਮਈ ਕੀਰਤਨ, ਗੁਰਮਤਿ ਦੀਆਂ ਵਿਚਾਰਾਂ ਦਾ ਆਨੰਦ ਮਾਣ ਰਹੇ ਹੋ। ਹੋਰ ਕੁਝ ਸਮੇਂ ਵਾਸਤੇ ਆਪਣੀਆਂ ਮਨੋਵਰਤੀਆਂ ਇਕਾਗਰ ਕਰੋ। ਆਪਣੇ ਖਿਆਲਾਂ ਨੂੰ ਬਾਹਰ ਜਾਣ ਤੋਂ ਰੋਕੋ। ਤਾਂ ਜੋ ਮਨ ਦੀ ਇਕਾਗਰਤਾ ਦੁਆਰਾ ਆਪਾਂ ਗੁਰਬਾਣੀ ਦੇ ਕੀਰਤਨ ਔਰ ਗੁਰਮਤਿ ਦੀਆਂ ਵਿਚਾਰਾਂ ਦਾ ਲਾਭ ਉਠਾ ਸਕੀਏ। ਆਪ ਸਭਨਾਂ ਦੇ ਅਤਿਅੰਤ ਵੱਡੇ ਭਾਗ ਨੇ। ਕਿਉਂਕਿ ਸਾਹਿਬ ਗੁਰੂ ਅਰਜਨ ਦੇਵ ਜੀ ਮਹਾਰਾਜ ਦਾ ਫਰਮਾਨ ਹੈ ਕਿ ਸਾਧ ਸੰਗਤ ਵਿੱਚ ਬੈਠ ਕੇ ਹਰੀ ਜਸ ਹਰੀ ਕੀਰਤਨ ਦਾ ਗਾਇਨ ਕਰਨਾ ਇਹ ਉਹਨਾਂ ਸਾਰਿਆਂ ਕਰਮਾਂ ਦੇ ਵਿੱਚੋਂ ਇੱਕ ਸ੍ਰੇਸ਼ਟ ਕਰਮ ਹੈ। ਜਿਹੜੇ ਅਕਾਲ ਪੁਰਖ ਵਾਹਿਗੁਰੂ ਦੇ ਮਿਲਾਪ ਵਾਸਤੇ ਕੀਤੇ ਜਾਂਦੇ ਹਨ। ਹਰ ਕੀਰਤ ਸਾਧ ਸੰਗਤ ਹੈ, ਸਿਰ ਕਰਮਨ ਕੇ ਕਰਮਾ, ਕਰਮਨ ਸਿਰ ਕਰਮ, ਆਪ ਸਾਰਿਆਂ ਤੋਂ ਸ੍ਰੇਸ਼ਟ ਕਰਮ। ਹਰ ਕੀਰਤ ਸਾਧ ਸੰਗਤ ਹੈ, ਸਿਰ ਕਰਮਨ ਕੇ ਕਰਮਾ। ਪਰ ਇਸ ਕਰਮ ਦੇ ਵਿੱਚ ਪ੍ਰਵਿਰਤੀ ਕਿਹਨਾਂ ਦੀ ਹੁੰਦੀ ਹੈ? ਕੌਣ ਇਸ ਕਰਮ ਨੂੰ ਕਮਾਉਂਦੇ ਹਨ? ਕਹੋ ਨਾਨਕ ਤਿਸ ਭਇਓ ਪ੍ਰਾਪਤ। ਇਹ ਦਾਤ ਉਹਨਾਂ ਨੂੰ ਪ੍ਰਾਪਤ ਹੁੰਦੀ ਹੈ। ਉਹ ਜੁੜਦੇ ਨੇ ਇਸ ਕੀਰਤਨ ਭਗਤੀ ਦੇ ਵਿੱਚ। ਕਹੋ ਨਾਨਕ ਤਿਸ ਭਇਓ ਪ੍ਰਾਪਤ, ਜਿਸ ਪੁਰਬ ਲਿਖੇ ਕਾ ਲੈਣ। ਜਿਨ੍ਹਾਂ ਦੇ ਪੂਰਬਲੇ ਵੱਡੇ ਪੁੰਨ ਹੁੰਦੇ ਨੇ, ਜਿਨ੍ਹਾਂ ਦੇ ਮਸਤਕ ਦੇ ਉੱਪਰ ਇਹ ਦਾਤ ਲਿਖੀ ਹੁੰਦੀ ਹੈ, ਉਹ ਲੈਂਦੇ ਨੇ, ਉਹ ਪ੍ਰਾਪਤ ਕਰਦੇ ਨੇ ਇਸ ਦਾਤ ਨੂੰ। ਉਹਨਾਂ ਨੂੰ ਹਾਸਲ ਹੁੰਦੀ ਹੈ ਕਲਯੁਗ ਦੇ ਸਮੇਂ ਦੀ ਸਾਰਿਆਂ ਤੋਂ ਸ੍ਰੇਸ਼ਟ ਭਗਤੀ। ਕਲ ਮੈਂ ਇਹੋ ਪੁੰਨ ਗੁਣ ਗੋਬਿੰਦ ਗਾਹੇ। ਕਲਯੁਗ ਮੈਂ ਕੀਰਤਨ ਪ੍ਰਧਾਨਾ, ਗੁਰਮੁਖ ਜਪੀਆ ਲਾਏ ਧਿਆਨਾ। ਆਪ ਤਰੇ ਸਗਲੇ ਕੁਲ ਤਾਰੇ, ਹਰ ਦਰਗਹਿ ਹੈ ਪਤ ਸੁਣ ਜਾਏ। ਹਰ ਕੀਰਤ ਸਾਧ ਸੰਤ ਹੈ, ਹਰ ਕੀਰਤ ਸਾਧ ਸੰਤ ਹੈ। ਹਰ ਕੀਰਤ ਛੱਡ ਕੇ ਭਾਈ
ਕੀਰਤ ਸਾਧ ਸੰਗਤ ਹਰ ਕੀਰਤ ਸਾਧ ਸੰਗਤ ਹੈ ਧਨ ਸੋ ਕਲਯੁਗ ਸਾਧ ਸੰਗ ਕੀਰਤਨ ਗਾਈ ਹੈ ਨਾਨਕ ਨਾਮ ਆਧਾਰ ਹੀਓ। ਕਲਯੁਗ ਦਾ ਸਮਾਂ ਜਿਸ ਨੂੰ ਬੜਾ ਭਿਆਨਕ ਮੰਨਿਆ ਜਾਂਦਾ ਹੈ। ਸਤਿਗੁਰੂ ਜੀ ਫਰਮਾਨ ਕਰਦੇ ਨੇ ਗੁਰਸਿੱਖ ਉਸ ਕਲਯੁਗ ਦੇ ਸਮੇਂ ਨੂੰ ਵੀ ਧਨਤਾ ਯੁਗ ਬਣਾ ਦਿੰਦੇ ਹਨ ਜਦੋਂ ਸਾਧ ਸੰਗਤ ਵਿੱਚ ਜੁੜ ਮਿਲ ਕੇ ਗੁਰਬਾਣੀ ਦਾ ਗਾਇਨ ਕਰਦੇ ਹਨ। ਸਮੁੱਚੇ ਤੌਰ ਤੇ ਸਾਹਿਬ ਗੁਰੂ ਅਮਰਦਾਸ ਜੀ ਮਹਾਰਾਜ ਗੁਰਸਿੱਖਾਂ ਨੂੰ ਨਸੀਹਤ ਦਿੰਦੇ ਹਨ। ਕਿਸੇ ਇਕੱਲੇ ਦੁਕੱਲੇ ਜਾਂ ਕਿਸੇ ਵਿਅਕਤੀ ਵਿਸ਼ੇਸ਼ ਨੂੰ ਨਹੀਂ, ਨਾ ਕੇਵਲ ਰਬਾਬੀਆਂ ਨੂੰ, ਨਾ ਕੇਵਲ ਰਾਗੀ ਸਿੰਘਾਂ ਨੂੰ ਆਗਿਆ ਹੈ, ਬਲਕਿ ਹਰ ਗੁਰਸਿੱਖ ਮਾਤਰ ਵਾਸਤੇ ਧੰਨ ਗੁਰੂ ਅਮਰਦਾਸ ਜੀ ਮਹਾਰਾਜ ਦੀ ਆਗਿਆ, ਉਹਨਾਂ ਦਾ ਹੁਕਮ ਇਹ ਹੈ, ਆਵੋ ਸਿੱਖ ਸਤਿਗੁਰੂ ਕੇ ਪਿਆਰੇ ਹੋ, ਗਾਵੋ ਸੱਚੀ ਬਾਣੀ। ਜੁੜ ਮਿਲ ਕੇ ਗੁਰਬਾਣੀ ਦਾ ਗਾਇਨ ਕਰੋ। ਉਹ ਸਾਧ ਸੰਗਤ ਜੋ ਸਤਿਗੁਰੂ ਜੀ ਦੇ ਦਰੋਂ ਘਰੋਂ ਵਰਸਾਏ ਮਹਾਂਪੁਰਖਾਂ ਨੇ ਇਹ ਗੁਰਬਾਣੀ ਦੀਆਂ ਸਿੱਧੀਆਂ ਧਾਰਨਾ ਵਾਲੇ ਕੀਰਤਨ ਦੀ ਰਵਾਇਤ ਪ੍ਰਚਲਿਤ ਕੀਤੀ ਹੈ। ਉਹਦੇ ਪਿੱਛੇ ਵੀ ਮਨੋਰਥ ਇਹੋ ਹੀ ਹੈ ਕਿ ਸਾਰੀ ਸੰਗਤ ਦੀ ਇਸ ਕੀਰਤਨ ਭਗਤੀ ਦੇ ਵਿੱਚ ਸ਼ਮੂਲੀਅਤ ਹੋ ਸਕੇ। ਇਹ ਕੀਰਤਨ ਦੀ ਦਾਤ ਸਤਿਗੁਰੂ ਜੀ ਨੇ ਗੁਰਸਿੱਖਾਂ ਨੂੰ ਬਖਸ਼ੀ ਹੈ। ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਦੇ ਸਮੇਂ ਤੋਂ ਗੁਰੂ ਘਰ ਵਿੱਚ ਇਹ ਰਵਾਇਤ ਪ੍ਰਚਲਿਤ ਹੋ ਗਈ। ਸਤਿਗੁਰੂ ਜੀ ਨੇ ਆਪਣੇ ਪੈਰੋਕਾਰਾਂ ਨੂੰ ਕੋਈ ਨਮੂਨਾ ਦੇਣ ਵਾਸਤੇ ਆਪ ਵੀ ਕੀਰਤਨ ਕਰਨਾ ਸ਼ੁਰੂ ਕੀਤਾ। ਸਾਹਿਬ ਗੁਰੂ ਕਲਗੀਧਰ ਪਾਤਸ਼ਾਹ ਦੇ ਇਤਿਹਾਸ ਵਿੱਚ ਵੀ ਇਸ ਗੱਲ ਦਾ ਜ਼ਿਕਰ ਆਉਂਦਾ ਹੈ ਕਿ ਉਹ ਵੀ ਆਪ ਗੁਰਬਾਣੀ ਦਾ ਕੀਰਤਨ ਕਰਿਆ ਕਰਦੇ। ਅੱਜ ਵੀ ਉਹਨਾਂ ਦਾ ਰਬਾਬ, ਉਹਨਾਂ ਦੇ ਸਾਜ਼ ਸਿੱਖ ਜਗਤ ਨੇ ਬੜੇ ਆਦਰ, ਬੜੇ ਸਤਿਕਾਰ ਦੇ ਨਾਲ ਸੰਭਾਲ ਕੇ ਰੱਖੇ ਹੋਏ ਨੇ। ਬਹੁਤ ਵਾਰ ਆਪ ਨੇ ਇਹ ਪ੍ਰਸੰਗ ਸੁਣਿਆ ਹੋਵੇਗਾ ਕਿ ਜਦੋਂ ਭਾਈ ਸੱਤਾ ਔਰ ਬਲਵੰਡ ਇਹ ਗੁਰੂ ਘਰ ਤੋਂ ਬੇਮੁਖ ਹੋ ਗਏ, ਇਹਨਾਂ ਨੂੰ ਇਸ ਗੱਲ ਦਾ ਮਾਣ ਹੋ ਗਿਆ ਵੀ ਜੇ ਅਸੀਂ ਗੁਰਬਾਣੀ ਦਾ ਕੀਰਤਨ ਕਰਦੇ ਹਾਂ ਤਾਂ ਸੰਗਤਾਂ ਇਕੱਤਰ ਹੁੰਦੀਆਂ ਨੇ ਸਤਿਗੁਰੂ ਜੀ ਦੇ ਦਰਬਾਰ ਵਿੱਚ। ਕਈ ਵਾਰ ਆਪ ਨੇ ਇਹ ਪ੍ਰਕਰਨ ਸੁਣਿਆ ਹੋਵੇਗਾ ਕਿ ਉਹਨਾਂ ਰਬਾਬੀਆਂ ਨੇ ਸਾਹਿਬ ਗੁਰੂ ਅਰਜਨ ਦੇਵ ਜੀ ਮਹਾਰਾਜ ਅੱਗੇ ਸਵਾਲ ਪਾਇਆ ਕਿ ਮਹਾਰਾਜ ਸਾਡੀ ਬੱਚੀ ਦੀ ਸ਼ਾਦੀ ਹੈ, ਆਪ ਅੱਗੇ ਜੋ ਵਿਸਾਖੀ ਦਾ ਜੋੜ ਮੇਲਾ ਆ ਰਿਹਾ ਹੈ ਉਸ ਜੋੜ ਮੇਲੇ ਤੇ ਜਿਤਨੀ ਸੰਗਤ ਦੀ ਭੇਟਾ ਹੋਵੇ ਉਹ ਸਾਨੂੰ ਬਖਸ਼ ਦਿਓ।
ਗੁਰੂ ਅਰਜਨ ਦੇਵ ਜੀ ਮਹਾਰਾਜ ਉਹਨਾਂ ਰਬਾਬੀਆਂ ਨੂੰ ਕਹਿਣ ਲੱਗੇ ਵੀ ਠੀਕ ਹੈ, ਤੁਹਾਡੀ ਜ਼ਰੂਰਤ ਹੈ, ਅਸੀਂ ਇਸ ਗੱਲ ਨੂੰ ਭਲੀ ਪ੍ਰਕਾਰ ਸਮਝਦੇ ਹਾਂ, ਵੀ ਤੁਸੀਂ ਦੱਸ ਦਿਓ ਵੀ ਸਾਡਾ ਇਤਨੀ ਕਮਾਇਆ ਦੇ ਨਾਲ ਨਿਰਵਾਹ ਹੋ ਜਾਵੇਗਾ। ਭੇਟਾਂ ਵਿੱਚ ਤੇ ਘਾਟਵਾਦ ਵੀ ਹੋ ਸਕਦੀ ਹੈ, ਪਰ ਜੇ ਤੁਸੀਂ ਅਨੁਮਾਨ ਲਾਇਆ ਹੈ ਕਿ ਸਾਡੀ ਬੱਚੀ ਦੇ ਇਸ ਵਿਆਹ ਦੇ ਕਾਰਜ ਵਾਸਤੇ ਇਤਨਾ ਖਰਚਾ ਆ ਜਾਵੇਗਾ, ਵੀ ਸਾਨੂੰ ਦੱਸ ਦਿਓ, ਅਸੀਂ ਤੁਹਾਨੂੰ ਉਤਨੀ ਮਾਇਆ ਬਖਸ਼ ਦਿਆਂਗੇ, ਉਸ ਤੋਂ ਵੀ ਜ਼ਿਆਦਾ ਬਖਸ਼ ਦਿਆਂਗੇ। ਪਰ ਇਹਨਾਂ ਨੇ ਹਟ ਕੀਤਾ ਕਿ ਮਹਾਰਾਜ ਸਾਨੂੰ ਤੇ ਵਿਸਾਖੀ ਵਾਲੇ ਜੋੜ ਮੇਲੇ ਦੀ ਭੇਟਾ ਹੀ ਚਾਹੀਦੀ ਹੈ। ਗੁਰੂ ਅਮਰਦਾਸ ਜੀ ਮਹਾਰਾਜ ਦੇ ਸਮੇਂ ਤੋਂ ਗੁਰੂ ਘਰ ਵਿੱਚ ਦੀਵਾਲੀ ਔਰ ਵਿਸਾਖੀ ਦੇ ਜੋੜ ਮੇਲੇ ਮਨਾਉਣ ਦੀ ਪਰੰਪਰਾ ਪ੍ਰਚਲਿਤ ਹੋ ਚੁੱਕੀ ਸੀ। ਸੰਗਤਾਂ ਦੇ ਭਾਵੇਂ ਰੋਜ਼ਾਨਾ ਹੀ ਭਾਰੀ ਗਿਣਤੀ ਵਿੱਚ ਹਾਜ਼ਰੀ ਭਰਦੀਆਂ, ਪਰ ਇਹਨਾਂ 2 ਸਾਲਾਨਾ ਜੋੜ ਮੇਲਿਆਂ ਤੇ ਸੰਗਤ ਦੀ ਇਕੱਤਰਤਾ ਬਹੁਤ ਜ਼ਿਆਦਾ ਹੋਇਆ ਕਰਦੀ। ਇਹਨਾਂ ਨੇ ਵੀ ਲੋਭ ਕੀਤਾ, ਜਦੋਂ ਸੰਗਤ ਬਹੁਤ ਹੀ ਇਕੱਤਰ ਹੋਵੇਗੀ, ਸਾਨੂੰ ਬਹੁਤ ਹੀ ਭੇਟਾ, ਬਹੁਤਾ ਧਨ ਪ੍ਰਾਪਤ ਹੋ ਜਾਏਗਾ। ਗੁਰੂ ਅਰਜਨ ਦੇਵ ਜੀ ਮਹਾਰਾਜ ਨੇ ਇਹਨਾਂ ਨੂੰ ਸਮਝਾਉਣ ਦੀ ਕੋਸ਼ਿਸ਼ ਕੀਤੀ, ਪਰ ਇਹਨਾਂ ਨੇ ਹੱਥ ਨਾ ਛੱਡਿਆ। ਸਤਿਗੁਰੂ ਜੀ ਕਹਿਣ ਲੱਗੇ ਵੀ ਠੀਕ ਹੈ, ਤੁਹਾਡੀ ਇੱਛਾ। ਪਰ ਐਸੀ ਕਲਾ, ਐਸੀ ਖੇਡ ਵਰਤੀ, ਉਸ ਵਿਸਾਖੀ ਦੇ ਜੋੜ ਮੇਲੇ ਤੇ ਕੋਈ ਸਬਬ, ਕੋਈ ਕਾਰਨ ਐਸਾ ਬਣ ਗਿਆ, ਸੰਗਤ ਦਾ ਜੋੜ ਮੇਲ, ਸੰਗਤ ਦੀ ਇਕੱਤਰਤਾ ਬਹੁਤ ਘੱਟ ਹੋਈ। ਜੇ ਸੰਗਤ ਦਾ ਇਕੱਠ ਘੱਟ ਹੋਣਾ ਸੀ, ਕੁਦਰਤੀ ਗੱਲ ਹੈ। ਹੁਣ ਚੜਾਵਾ ਵੀ ਘੱਟ ਚੜਿਆ। ਉਹ ਮਾਇਆ ਸਤਿਗੁਰੂ ਜੀ ਨੇ ਇਹਨਾਂ ਨੂੰ ਸੌਂਪ ਦਿੱਤੀ, ਪਰ ਇਹ ਨਾਰਾਜ਼ ਹੋ ਗਏ, ਮਹਾਰਾਜ ਸਾਡੇ ਨਾਲ ਛਲ ਹੋਇਆ ਹੈ, ਤੁਸੀਂ ਜਾਂ ਤੁਹਾਡੇ ਮਸੰਦਾਂ ਨੇ ਸੰਗਤਾਂ ਨੂੰ ਵਰਜ ਦਿੱਤਾ ਹੈ। ਗੁਰੂ ਅਰਜਨ ਦੇਵ ਜੀ ਮਹਾਰਾਜ ਨੇ ਫਿਰ ਵੀ ਕਿਹਾ ਵੀ ਭਾਈ, ਜੇ ਭੇਟਾ ਘੱਟ ਹੈ, ਸਾਡੇ ਪਾਸੋਂ ਹੋਰ ਮੰਗ ਲਓ, ਜਿਤਨੀ ਤੁਹਾਡੀ ਜ਼ਰੂਰਤ ਹੈ, ਅਸੀਂ ਤੁਹਾਨੂੰ ਹੋਰ ਮਾਇਆ ਬਖਸ਼ ਦਿੰਦੇ ਹਾਂ। ਪਰ ਸਾਧ ਸੰਗਤ ਇਹਨਾਂ ਨੇ ਆਪਣੀ ਨਾਰਾਜ਼ਗੀ ਪ੍ਰਗਟ ਕੀਤੀ। ਉਸ ਦਿਨ ਤੋਂ ਬਾਅਦ ਇਹਨਾਂ ਨੇ ਫੈਸਲਾ ਕਰ ਲਿਆ ਵੀ ਅਸੀਂ ਗੁਰੂ ਦਰਬਾਰ ਜਾ ਕੇ ਕੀਰਤਨ ਨਹੀਂ ਕਰਨਾ। ਇਹ ਪ੍ਰਕਰਨ ਬਹੁਤ ਵਿਸਥਾਰ ਵਾਲਾ ਹੈ, ਆਪਾਂ ਤੇ ਬਹੁਤ ਸੰਖੇਪ ਦੇ ਵਿੱਚ ਹੀ ਅਰਜ਼ ਕਰਨੀ ਹੈ। ਜਦੋਂ ਅਗਲੇ ਦਿਨ ਇਹ ਸਤਿਗੁਰੂ ਜੀ ਦੇ ਦਰਬਾਰ ਵਿੱਚ ਕੀਰਤਨ ਕਰਨ ਵਾਸਤੇ ਹਾਜ਼ਰ ਨਾ ਹੋਏ, ਸਤਿਗੁਰੂ ਜੀ ਸਿੱਖਾਂ ਨੂੰ ਕਹਿਣ ਲੱਗੇ, ਭਾਈ ਗੁਰੂ ਘਰ ਦੇ ਰਬਾਬੀ ਨਹੀਂ ਆਏ। ਇਹਨਾਂ ਨੇ ਬੇਨਤੀ ਕੀਤੀ, ਗਰੀਬ ਨਵਾਜ਼ ਆਪ ਇਹ ਭਲੀ ਪ੍ਰਕਾਰ ਜਾਣਦੇ ਹੀ ਹੋ ਕਿ ਉਹ ਨਾਰਾਜ਼ ਹੋ ਗਏ ਨੇ। ਸਤਿਗੁਰੂ ਜੀ ਕਹਿਣ ਲੱਗੇ, ਭਾਈ ਉਹਨਾਂ ਨੂੰ ਬੁਲਾ ਕੇ ਲਿਆਓ, ਉਹ ਗੁਰੂ ਘਰ ਦੇ ਕੀਰਤਨੀਏ ਨੇ। ਗੁਰੂ ਘਰ ਦੇ ਕੀਰਤਨੀਆਂ ਦਾ ਗੁਰੂ ਘਰ ਵਿੱਚ ਮਾਣ ਸਤਿਕਾਰ ਹੁੰਦਾ ਹੀ ਆਇਆ ਹੈ। ਵੀ ਜੇ ਉਹਨਾਂ ਦੇ ਮਨ ਵਿੱਚ ਕੋਈ ਨਾਰਾਜ਼ਗੀ ਹੈ, ਉਹ ਨਾਰਾਜ਼ਗੀ ਦੂਰ ਹੋ ਜਾਏਗੀ। ਉਹਨਾਂ ਨੂੰ ਕਹਿ ਦਿਓ ਵੀ ਤੁਹਾਨੂੰ ਮਾਇਆ ਦੀ ਜ਼ਰੂਰਤ ਹੈ, ਮਾਇਆ ਦੇ ਤੁਹਾਨੂੰ ਖੁੱਲੇ ਗੱਫੇ ਮਿਲ ਜਾਣਗੇ। ਸਿੱਖਾਂ ਨੂੰ ਭੇਜਿਆ, ਭਾਈ ਗੁਰਦਾਸ ਜੀ, ਬਾਬਾ ਬੁੱਢਾ ਜੀ ਜੈਸੇ ਗਏ। ਉਹ ਸਾਰ ਸੰਗਤ ਇਹਨਾਂ ਨੇ ਆਉਣਾ ਤੇ ਕੀ ਸੀ, ਬਲਕਿ ਇਹਨਾਂ ਨੇ ਗੁਰੂ ਘਰ ਦੀ ਸ਼ਾਨ ਦੇ ਖਿਲਾਫ ਹੀ ਬੜੀ ਭੱਦੀ ਸ਼ਬਦਾਵਲੀ ਦੀ ਵਰਤੋਂ ਕੀਤੀ। ਕਹਿਣ ਲੱਗੇ, ਹੁਣ ਪਤਾ ਲੱਗੇਗਾ ਸਿੱਖਾਂ ਨੂੰ, ਹੁਣ ਇਸ ਗੱਲ ਦਾ ਅਹਿਸਾਸ ਹੋਵੇਗਾ ਵੀ ਗੁਰੂ ਘਰ ਦੀ ਰੌਣਕ ਤੇ ਰਬਾਬੀਆਂ ਕਰਕੇ ਹੀ ਹੈ। ਸੰਗਤਾਂ ਰਬਾਬੀਆਂ ਦਾ ਕੀਰਤਨ ਸੁਣਨ ਵਾਸਤੇ ਹੀ ਆਉਂਦੀਆਂ ਨੇ।
ਜੇ ਅਸੀਂ ਗੁਰੂ ਘਰ ਵਿੱਚ ਜਾ ਕੇ ਕੀਰਤਨ ਨਾ ਕਰੀਏ, ਕੌਣ ਆਵੇਗਾ ਗੁਰੂ ਜੀ ਦੇ ਦਰਸ਼ਨਾਂ ਵਾਸਤੇ? ਕੌਣ ਆ ਕੇ ਆਪਣੀਆਂ ਭੇਟਾਵਾਂ ਅਰਪੇਗਾ? ਗੁਰੂ ਘਰ ਦੀ ਵਡਿਆਈ ਹੀ ਸਾਡੇ ਕਰਕੇ ਹੈ। ਜੇ ਗੁਰੂ ਨਾਨਕ ਦੇਵ ਜੀ ਮਹਾਰਾਜ ਦੇ ਨਾਲ ਸਾਡਾ ਵਡਕਾ ਮਰਦਾਨਾ ਨਾ ਹੁੰਦਾ, ਗੁਰੂ ਨਾਨਕ ਦੇਵ ਜੀ ਮਹਾਰਾਜ ਨੂੰ ਸੰਸਾਰ ਤੇ ਕਿਹਨੇ ਜਾਣਨਾ ਸੀ? ਉਹ ਸਾਰੀ ਸੰਗਤ ਜਦੋਂ ਉਹਨਾਂ ਨੇ ਇੱਥੋਂ ਤੱਕ ਸਾਹਿਬ ਗੁਰੂ ਨਾਨਕ ਦੇਵ ਜੀ ਮਹਾਰਾਜ ਦੀ ਸ਼ਾਨ ਦੇ ਖਿਲਾਫ ਵੀ ਇਹ ਕੁਝ ਕਹਿ ਦਿੱਤਾ। ਸਾਹਿਬ ਗੁਰੂ ਅਰਜਨ ਦੇਵ ਜੀ ਮਹਾਰਾਜ ਗੁਰਸਿੱਖਾਂ ਨੂੰ ਕਹਿਣਗੇ, ਗੁਰਸਿੱਖੋ ਵੀ ਸਾਡੇ ਨਾਲ ਨਾਰਾਜ਼ ਹੋ ਗਏ, ਕੋਈ ਗੱਲ ਨਹੀਂ, ਸਾਡੀ ਸ਼ਾਨ ਦੇ ਖਿਲਾਫ ਜੋ ਕੁਝ ਵੀ ਬੋਲ ਲੈਂਦੇ ਅਸੀਂ ਉਹ ਵੀ ਬਰਦਾਸ਼ਤ ਕਰ ਲੈਂਦੇ। ਪਰ ਉਹਨਾਂ ਨੇ ਤਾਂ ਸਮੁੱਚੇ ਤੌਰ ਤੇ ਹੀ ਸੰਗਤ ਦਾ ਅਪਮਾਨ ਕੀਤਾ ਹੈ। ਉਹਨਾਂ ਨੇ ਤਾਂ ਸਾਹਿਬ ਗੁਰੂ ਨਾਨਕ ਦੇਵ ਜੀ ਮਹਾਰਾਜ ਦੀ ਵੀ ਲਿਹਾਜ਼ ਨਹੀਂ ਕੀਤੀ। ਜਿਹੜਾ ਗੁਰੂ ਨਾਨਕ ਦਾ ਹੀ ਨਹੀਂ ਬਣਿਆ, ਜਿਹਦੇ ਮਨ ਵਿੱਚ ਗੁਰੂ ਨਾਨਕ ਦਾ ਹੀ ਅਦਬ ਨਹੀਂ, ਫਿਰ ਅੱਗੇ ਸਾਡਾ ਵੀ ਕੀ ਲੱਗਦਾ ਹੈ? ਹੁਣ ਛੱਡੋ ਨਾ ਕੋੜੀਆਂ ਨੂੰ, ਹੁਣ ਸਬੱਬ ਬਣ ਗਿਆ ਹੈ। ਗੁਰਸਿੱਖੋ, ਤੁਸੀਂ ਹੁਣ ਕੀਰਤਨ ਕਰਨ ਦੀ ਜਾਚ ਸਿੱਖੋ। ਤੁਸੀਂ ਜੁੜ ਮਿਲ ਕੇ ਸਾਹਿਬ ਗੁਰੂ ਅਮਰਦਾਸ ਜੀ ਮਹਾਰਾਜ ਦੀ ਆਗਿਆ ਦਾ ਪਾਲਣ ਕਰੋ। ਸਾਹਿਬ ਗੁਰੂ ਅਮਰਦਾਸ ਜੀ ਮਹਾਰਾਜ ਦੀ ਆਗਿਆ, ਉਹਨਾਂ ਦਾ ਹੁਕਮ, ਉਹ ਇਕੱਲੇ ਰਬਾਬੀਆਂ ਵਾਸਤੇ ਜਾਂ ਰਾਗੀਆਂ ਵਾਸਤੇ ਹੀ ਨਹੀਂ, ਉਹ ਤੇ ਸਮੁੱਚੇ ਤੌਰ ਤੇ ਹੀ ਗੁਰਸਿੱਖਾਂ ਨੂੰ ਮੁਖਾਤਬ ਹੋ ਕੇ ਇਹ ਨਸੀਹਤ ਦੇ ਰਹੇ ਨੇ। ਆਵੋ ਸਿੱਖ ਸਤਿਗੁਰੂ ਕੇ ਪਿਆਰੇ ਹੋ, ਗਾਵੋ ਸੱਚੀ ਬਾਣੀ। ਬਾਣੀ ਤਾਂ ਗਾਵੋ ਗੁਰੂ ਕੇਰੀ, ਬਾਣੀਆਂ ਸਿਰ ਬਾਣੀ। ਜਿਨ ਕਹੋ ਨਦਰ ਕਰਮ ਹੋਵੇ, ਹਿਰਦੈ ਤਿਨਾ ਸਮਾਣੀ। ਪੀਵੋ ਅੰਮ੍ਰਿਤ ਸਦਾ ਰਹੋ, ਹਰ ਰੰਗ ਜਪਿਓ ਸਾਰੰਗ ਪਾਣੀ। ਕਹਿ ਨਾਨਕ ਸਦਾ ਗਾਵੋ ਇਹ ਸੱਚੀ ਬਾਣੀ। ਗਾਵੋ ਗੁਰਾਂ ਦੀ ਬਾਣੀ, ਆਵੋ ਪਿਆਰ
ਸਾਧ ਸੰਗਤ ਉਸ ਤੋਂ ਬਾਅਦ ਦਾ ਫਿਰ ਇਤਿਹਾਸ ਹੈ। ਇਹ ਕੀਰਤਨ ਦੀ ਦਾਤ ਸਤਿਗੁਰੂ ਜੀ ਨੇ ਆਪਣੇ ਗੁਰਸਿੱਖਾਂ ਵਿੱਚ ਵਰਤਾ ਦਿੱਤੀ। ਆਪ ਸਤਿਗੁਰੂ ਜੀ ਨੇ ਤਾਂ ਉਸ ਲਿਆ ਆਪਣੇ ਹੱਥ ਦੇ ਵਿੱਚ, ਕਿਉਂਕਿ ਇਤਿਹਾਸ ਪੜ੍ਹੋ। ਸਾਹਿਬ ਗੁਰੂ ਅਰਜਨ ਦੇਵ ਜੀ ਮਹਾਰਾਜ ਨੇ ਵੀ ਇਹ ਦਾਤ ਆਪਣੇ ਗੁਰੂ ਪਿਤਾ ਸੋਢੀ ਸੁਲਤਾਨ ਸਾਹਿਬ ਗੁਰੂ ਰਾਮਦਾਸ ਜੀ ਮਹਾਰਾਜ ਔਰ ਆਪਣੇ ਮਾਤਾ ਭਾਨੀ ਜੀ ਦੇ ਆਸ਼ੀਰਵਾਦ ਦੇ ਨਾਲ ਪ੍ਰਾਪਤ ਕੀਤੀ। ਸਾਨੂੰ ਵੀ ਸਾਡੇ ਮਾਤਾ ਪਿਤਾ ਦੇ ਪਾਸੋਂ ਜਾਂ ਆਪਣੇ ਬਜ਼ੁਰਗਾਂ ਦੇ ਪਾਸੋਂ ਅਸੀਸਾਂ ਮਿਲਦੀਆਂ ਨੇ। ਸਾਹਿਬ ਗੁਰੂ ਅਰਜਨ ਦੇਵ ਜੀ ਮਹਾਰਾਜ ਨੇ ਵੀ ਉਸ ਆਸੀਸ ਦਾ ਜ਼ਿਕਰ ਕੀਤਾ ਹੈ, ਜਿਹੜੀ ਆਸੀਸ ਉਹਨਾਂ ਨੂੰ ਆਪਣੇ ਗੁਰੂ ਪਿਤਾ ਜੀ, ਉਹਨਾਂ ਨੂੰ ਆਪਣੀ ਮਾਤਾ ਬੀਬੀ ਭਾਨੀ ਜੀ ਦੇ ਪਾਸੋਂ ਪ੍ਰਾਪਤ ਹੋਈ। ਜਿਸ ਸਿਮਰਤ ਸਭ ਕਿਲ ਵਿਖ ਨਾਸੇ, ਪਿਤਰੀ ਹੋਏ ਉਧਾਰੋ। ਸੋ ਹਰ ਹਰ ਤੁਮ ਸਦ ਹੀ ਜਾਪੋ, ਜਾ ਕਾ ਅੰਤ ਨਾ ਪਾਰੋ। ਜਿਸ ਪ੍ਰਮਾਤਮਾ ਨੂੰ ਯਾਦ ਕਰਕੇ, ਕਿਲ ਵਿਖ ਨਾਮ ਹੈ ਪਾਪਾਂ ਦਾ, ਨਾਸੈ ਤੋਂ ਭਾਵ ਨਾਸ ਹੋ ਜਾਂਦੇ ਹਨ। ਜਿਸ ਪ੍ਰਮਾਤਮਾ ਨੂੰ ਯਾਦ ਕੀਤਿਆਂ ਹੀ, ਉਸ ਦਾ ਨਾਮ ਮਾਤਰ ਲਿਆ ਹੀ ਪਾਪਾਂ ਦਾ ਨਾਸ਼ ਹੋ ਜਾਂਦਾ ਹੈ। ਜਪਣ ਵਾਲਿਆਂ ਦਾ ਤੇ ਉਧਾਰ ਹੋਣਾ ਹੀ ਹੋਣਾ ਹੈ, ਅੱਗੇ ਉਸਦੇ ਪਿਤਰਾਂ ਦਾ ਵੀ ਉਧਾਰ ਹੋ ਜਾਂਦਾ ਹੈ। ਜਿਸ ਸਿਮਰਤ ਸਭ ਕਿਲ ਵਿਖ ਨਾਸੇ, ਪਿਤਰੀ ਹੋਏ ਉਧਾਰੋ। ਸੋ ਹਰ ਹਰ ਤੁਮ ਸਦ ਹੀ ਜਾਪੋ। ਉਹ ਪ੍ਰਮਾਤਮਾ ਦਾ ਨਾਮ ਸਦਾ ਹੀ ਜਪਦੇ ਰਹੋ। ਕਿਸ ਪ੍ਰਮਾਤਮਾ ਦਾ ਨਾਮ? ਜਿਸ ਦਾ ਕੋਈ ਅੰਤ ਪਾਰਾਵਾਰ ਪਾ ਹੀ ਨਹੀਂ ਸਕਿਆ, ਜਾ ਕਾ ਅੰਤ ਨਾ ਪਾਰੋ। ਅੰਤ ਨ ਸਿਵਤੀ ਕਹਿਣ ਨਾ ਅੰਤ, ਅੰਤ ਨਾ ਕਰਨੇ ਦੇਣ ਨਾ ਅੰਤ, ਅੰਤ ਨਾ ਵੇਖਣ ਸੁਣਨ ਨਾ ਅੰਤ, ਅੰਤ ਨਾ ਜਾਪੈ ਕਿਆ ਮਨ ਮੰਤ, ਅੰਤ ਨਾ ਜਾਪੈ ਕੀਤਾ ਆਕਾਰ, ਅੰਤ ਨਾ ਜਾਪੈ ਪਾਰਾਵਾਰ। ਅੰਤ ਕਾਰਨ ਕੇਤੇ ਬਿਲ ਲਾਏ, ਤਾਂ ਕਿ ਅੰਤ ਨਾ ਪਾਏ ਜਾਏ। ਜਿਹਦਾ ਕੋਈ ਅੰਤ ਜਾਣ ਹੀ ਨਹੀਂ ਸਕਦਾ, ਜਿਸ ਨੂੰ ਸਭਨਾ ਨੇ ਨੇਤ ਨੇਤ ਕਥੰਤ ਵੇਦਾ, ਬਸ ਨਮਸਕਾਰ ਹੀ ਕੀਤੀ ਹੈ। ਉਸ ਦਾ ਅੰਤ ਪਾਉਣ ਦਾ ਜਿਨ੍ਹਾਂ ਨੇ ਯਤਨ ਕੀਤਾ, ਅੰਤ ਕੋ ਚਾਹਨ ਜੋ ਗਏ, ਸਿਆਏ ਅੰਤ ਗਵਾਏ। ਉਸ ਪ੍ਰਮਾਤਮਾ ਦਾ ਨਾਮ ਸਦਾ ਹੀ ਜਪਦੇ ਰਹੋ, ਜਿਸ ਦਾ ਕੋਈ ਅੰਤ ਪਾਰਾਵਾਰ ਪਾ ਨਹੀਂ ਸਕਦਾ। ਪੁੱਤਾ ਮਾਤਾ ਕੀ ਆਸੀਸ, ਬੇਟਾ ਤੈਨੂੰ ਤੇਰੀ ਮਾਤਾ ਦੀ ਇਹ ਆਸੀਸ, ਇਹ ਆਸ਼ੀਰਵਾਦ ਮਿਲੇ। ਨਿਮਕ ਨਾ ਵਿਸਰੋ ਤੁਮ ਕੋ ਸਦ, ਨਿਮਕ ਨਾ ਵਿਸਰੋ ਤੁਮ ਕੋ ਹਰ ਹਰ, ਸਦਾ ਭਜੋ ਜਗਦੀਸ਼। ਕਿ ਤੈਨੂੰ ਕਰੇ ਨਾ ਵਿਸਰੇ Be
ਆਸੀਸ ਦਿੱਤੀ, ਕੀ ਆਸ਼ੀਰਵਾਦ ਦਿੱਤਾ ਆਪਣੇ ਵੱਲੋਂ? ਸਤਿਗੁਰ ਤੁਮ ਕੋ ਹੋਏ ਦਇਆਲਾ, ਵੀ ਤੇਰੇ ਉੱਪਰ ਗੁਰੂ ਹਮੇਸ਼ਾ ਹੀ ਦਇਆਲ ਰਹੇ, ਗੁਰੂ ਦੀ ਬਖਸ਼ਿਸ਼ ਤੈਨੂੰ ਸਦਾ ਹੀ ਮਿਲਦੀ ਰਹੇ। ਇਹ ਮਾਤਾ ਭਾਨੀ ਜੀ ਆਸੀਸ ਦੇ ਰਹੇ ਨੇ ਆਪਣੇ ਸਾਹਿਬਜ਼ਾਦੇ ਨੂੰ, ਜੇ ਗੁਰਤਾ ਪ੍ਰਾਪਤ ਨਹੀਂ ਹੋਈ। ਸਤਿਗੁਰੂ ਤੁਮ ਕੋ ਹੋਏ ਦਇਆਲਾ, ਸੰਤ ਸੰਗ ਤੇਰੀ ਪ੍ਰੀਤ, ਤੇਰੀ ਪ੍ਰੀਤ ਤੇਰਾ ਪਿਆਰ ਸਾਧ ਸੰਗਤ ਨਾਲ ਬਣਿਆ ਰਹੇ। ਸਤਿਗੁਰੂ ਤੁਮ ਕੋ ਹੋਏ ਦਇਆਲਾ, ਸੰਤ ਸੰਗ ਤੇਰੀ ਪ੍ਰੀਤ, ਕਾਪੜ ਪਤ ਪਰਮੇਸ਼ਰ ਰਾਖੀ, ਭੋਜਨ ਕੀਰਤਨ ਨੀਰ। ਤੈਨੂੰ ਕੀਰਤਨ ਦਾ ਭੋਜਨ ਨਿਤ ਪ੍ਰਾਪਤ ਹੋਵੇ। ਦੇਖੋ ਸਾਧ ਸੰਗਤ ਕੀਰਤਨ ਇਹ ਗੁਰਸਿੱਖਾਂ ਦਾ ਭੋਜਨ ਹੈ। ਕਹੋ ਨਾਨਕ ਜਿਸ ਸਤਿਗੁਰ ਪੂਰਾ, ਅਖੰਡ ਕੀਰਤਨ ਤਿਨ ਭੋਜਨ ਚੂਰਾ। ਗੁਰਸਿੱਖਾਂ ਦੀ ਰੂਹ ਦੀ ਖੁਰਾਕ ਹੈ ਕੀਰਤਨ। ਭੋਜਨੰ ਗੋਪਾਲ ਕੀਰਤਨੰ, ਅਲਪ ਮਾਇਆ ਜਲ ਕਮਲ ਰਹਿਤ ਹੈ। ਗੁਰਬਾਣੀ ਰੂਪੀ ਮਾਤਾ ਦੀ ਹੁਣ ਸਮੁੱਚੇ ਤੌਰ ਤੇ ਆਪਣੇ ਜਗਿਆਸੂ ਪੁੱਤਰਾਂ ਨੂੰ ਇਹ ਆਸੀਸ ਹੈ, ਸਤਿਗੁਰ ਤੁਮ ਕੋ ਹੋਏ ਦਇਆਲਾ, ਸੰਤ ਸੰਗ ਤੇਰੀ ਪ੍ਰੀਤ, ਕਾਪੜ ਪਤ ਪਰਮੇਸ਼ਰ ਰਾਖੀ, ਭੋਜਨ ਕੀਰਤਨ ਨੀਤ। ਉਹ ਸਾਰ ਸੰਗਤ ਇਹ ਆਸੀਸ ਕੀਰਤਨ ਦੇ ਰੂਪ ਦੇ ਵਿੱਚ ਸਾਹਿਬ ਗੁਰੂ ਅਰਜਨ ਦੇਵ ਜੀ ਮਹਾਰਾਜ ਨੂੰ ਪਹਿਲਾਂ ਹੀ ਪ੍ਰਾਪਤ ਸੀ। ਉਹਨਾਂ ਨੇ ਆਪ ਤਾਉਸ ਲਿਆ, ਬਾਕੀ ਸਿੱਖਾਂ ਨੇ, ਕਿਸੇ ਨੇ ਮਰਦੰਗ, ਕਿਸੇ ਨੇ ਹੋਰ ਕੋਈ ਸਾਜ਼, ਜਾਂ ਉਹ ਵੈਸੇ ਹੀ ਜੋਟੀਆਂ ਵਿੱਚ ਕੀਰਤਨ ਦਾ ਗਾਇਨ ਕਰਨ ਵਾਸਤੇ ਬਹੁਤ ਸਾਰੇ ਸਿੱਖ ਨਾਲ ਸੱਜ ਗਏ। ਗੁਰਬਾਣੀ ਦਾ ਅੰਮ੍ਰਿਤਮਈ ਕੀਰਤਨ ਸ਼ੁਰੂ ਕਰ ਦਿੱਤਾ। ਇਹ ਦਾਤ ਜਿਹੜੀ ਪਹਿਲਾਂ ਸਿਰਫ ਰਬਾਬੀਆਂ ਦੇ ਪਾਸ ਸੀ, ਧੰਨ ਗੁਰੂ ਅਮਰਦਾਸ ਜੀ ਮਹਾਰਾਜ ਨੇ ਜਿਸ ਕੀਰਤਨ ਦੇ ਵਿੱਚ ਪ੍ਰਵਿਰਤ ਹੋਣ ਵਾਸਤੇ ਸਮੁੱਚੇ ਤੌਰ ਤੇ ਸਾਰੇ ਗੁਰਸਿੱਖਾਂ ਨੂੰ ਆਗਿਆ ਕੀਤੀ ਸੀ, ਉਹ ਸਾਰ ਸੰਗਤ ਅੱਜ ਸਾਹਿਬ ਗੁਰੂ ਅਮਰਦਾਸ ਜੀ ਮਹਾਰਾਜ ਦਾ ਉਹ ਵਾਕ ਸਫਲਾ ਹੋ ਗਿਆ। ਸੰਗਤਾਂ ਨੇ ਆਪ ਜੁੜ ਮਿਲ ਕੇ ਗੁਰਬਾਣੀ ਦਾ ਗਾਇਨ, ਗੁਰਬਾਣੀ ਦਾ ਕੀਰਤਨ ਸ਼ੁਰੂ ਕਰ ਦਿੱਤਾ। ਅਗਲਾ ਜੋ ਇਤਿਹਾਸ ਹੈ, ਠੀਕ ਹੈ, ਬਾਅਦ ਵਿੱਚ ਫਿਰ ਪਰਉਪਕਾਰੀ ਭਾਈ ਲੱਦੇ ਨੇ, ਉਹਨਾਂ ਸਤਾਰ ਬਲਵੰਡ ਦੇ ਉੱਪਰ ਉਪਕਾਰ ਕੀਤਾ, ਕਿਉਂਕਿ ਜਿਹੜਾ ਸਤਿਗੁਰੂ ਜੀ ਨੇ ਵਚਨ ਕਰ ਦਿੱਤਾ ਉਹਨੂੰ ਦੁਨੀਆ ਦੀ ਕੋਈ ਸ਼ਕਤੀ ਟਾਲ ਨਹੀਂ ਸੀ ਸਕਦੀ। ਜਦੋਂ ਸਤਿਗੁਰੂ ਜੀ ਨੇ ਵਚਨ ਕੀਤਾ ਵੀ ਇਹਨਾਂ ਕੋੜੀਆਂ ਨੂੰ ਛੱਡੋ, ਵੀ ਆਪ ਹੀ ਹੁਣ ਗੁਰਬਾਣੀ ਦਾ ਕੀਰਤਨ ਸ਼ੁਰੂ ਕਰ ਦਿਓ। ਇਹਨਾਂ ਨੂੰ ਕੋੜ ਦੇ ਆਸਾਰ ਦੱਸਣ ਲੱਗ ਪਏ, ਕੋਈ ਇਹਨਾਂ ਨੂੰ ਨੇੜੇ ਨਹੀਂ ਟੁਕਣ ਦਿੰਦਾ। ਬੜੇ ਸਿੱਖਾਂ ਦੇ ਤਰਲੇ ਕੀਤੇ, ਇੱਕ ਵਾਰ ਸਾਨੂੰ ਬਖਸ਼ਾ ਦਿਓ, ਪਰ ਕੋਈ ਸਤਿਗੁਰੂ ਜੀ ਦੇ ਪਾਸ ਜਾ ਕੇ ਉਹਨਾਂ ਵਾਸਤੇ ਅਰਜ਼ ਨਹੀਂ, ਬੇਨਤੀ ਨਹੀਂ ਕਰਦਾ। ਜਿਨ੍ਹਾਂ ਦੇ ਮਨ ਵਿੱਚ ਰਹਿਮ ਆਇਆ ਵੀ ਸਾਹਿਬ ਗੁਰੂ ਅਰਜਨ ਦੇਵ ਜੀ ਮਹਾਰਾਜ ਦੇ ਚਰਨਾਂ 'ਚ ਬੇਨਤੀ ਕੀਤੀ ਵੀ ਸਤਿਗੁਰੂ ਜੀ ਫਿਰ ਕਹਿਣ ਲੱਗੇ, ਭਾਈ ਸਾਡੀ ਸ਼ਾਨ ਦੇ ਖਿਲਾਫ ਜੋ ਮਰਜ਼ੀ ਬੋਲ ਦਿੰਦਾ ਅਸੀਂ ਬਖਸ਼ ਦਿੰਦੇ, ਪਰ ਉਹਨਾਂ ਨੇ ਤੇ ਸਾਹਿਬ ਗੁਰੂ ਨਾਨਕ ਦੇਵ ਜੀ ਮਹਾਰਾਜ ਦਾ ਵੀ ਲਿਹਾਜ਼ ਨਹੀਂ ਕੀਤਾ। ਜਿਹੜਾ ਗੁਰੂ ਨਾਨਕ ਦੀ ਨਿੰਦਿਆ ਕਰ ਸਕਦਾ ਹੈ, ਫਿਰ ਉਸ ਨੂੰ ਅਸੀਂ ਕਿਵੇਂ ਬਖਸ਼ ਸਕਦੇ ਹਾਂ? ਸਿੱਖਾਂ ਨੇ ਫਿਰ ਬਾਰ-ਬਾਰ ਬੇਨਤੀਆਂ ਕਰਨੀਆਂ, ਅਖੀਰ ਬੜੇ ਸਖਤ ਲਫ਼ਜ਼ ਵਰਤੇ। ਆਪਾਂ ਇਤਿਹਾਸ ਦਾ ਜ਼ਿਆਦਾ ਵਿਸਥਾਰ ਨਹੀਂ ਕਰਨਾ। ਭਾਈ ਲੱਦੇ ਪਰਉਪਕਾਰੀ ਨੇ ਫਿਰ ਬਾਹਰ ਵਿੱਚ ਉਹਨਾਂ ਨੂੰ ਬਖਸ਼ਾਇਆ। ਬਾਹਰ ਵਿੱਚ ਫਿਰ ਆ ਕੇ ਗੁਰੂ ਘਰ ਵਿੱਚ ਕੀਰਤਨ ਕਰਨ ਲੱਗੇ। ਜਿਸ ਜ਼ਬਾਨ ਦੇ ਨਾਲ ਉਹਨਾਂ ਨੇ ਗੁਰੂ ਨਾਨਕ ਦੀ ਨਿੰਦਿਆ ਕੀਤੀ ਸੀ, ਉਸੇ ਹੀ ਜ਼ਬਾਨ ਦੇ ਨਾਲ ਸਾਹਿਬ ਗੁਰੂ ਨਾਨਕ ਦੇਵ ਜੀ ਮਹਾਰਾਜ ਦੀ ਸਿਫਤ ਕੀਤੀ। ਖੈਰ ਬਖਸ਼ ਦਿੱਤਾ ਉਹਨਾਂ ਨੂੰ ਸਾਹਿਬ ਗੁਰੂ ਅਰਜਨ ਦੇਵ ਜੀ ਮਹਾਰਾਜ ਨੇ। ਫਿਰ ਉਹਨਾਂ ਦੀ ਰਚਨਾ ਨੂੰ ਵੀ ਸਤਿਗੁਰੂ ਜੀ ਨੇ ਗੁਰਬਾਣੀ ਦੇ ਵਿੱਚ ਥਾਂ ਦਿੱਤੀ। ਉਹਨਾਂ ਦੀ ਬਾਣੀ ਜਿਹੜੀ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੇ ਵਿੱਚ ਭਾਈ ਬਲਵੰਡ ਔਰ ਸੱਤੇ ਦੀ ਵਾਰ ਦੇ ਨਾਮ ਨਾਲ ਪ੍ਰਸਿੱਧ ਹੈ, ਰਾਮਕਲੀ ਰਾਗ ਦੇ ਵਿੱਚ।
ਜਿਹਦੇ ਵਿੱਚ ਗੁਰੂ ਸਾਹਿਬਾਨ ਦੀ, ਸਾਹਿਬ ਗੁਰੂ ਨਾਨਕ ਦੇਵ ਜੀ ਮਹਾਰਾਜ, ਗੁਰੂ ਅੰਗਦ ਦੇਵ ਜੀ, ਸਾਹਿਬ ਗੁਰੂ ਅਮਰਦਾਸ ਔਰ ਗੁਰੂ ਰਾਮਦਾਸ ਜੀ ਦੀ, ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਦੀ ਸਿਫਤ ਹੈ। ਅਬ ਭਾਈ ਬੱਚੇ ਨੂੰ ਚੁੱਪ ਕਰਾ ਲਓ ਜਾਂ ਬਾਹਰ ਲੈ ਜਾਓ, ਸਾਰੀ ਸੰਗਤ ਡਿਸਟਰਬ ਹੁੰਦੀ ਹੈ। ਜਿਹੜੀ ਬੀਬੀ ਦੇ ਪਾਸ ਬੱਚਾ ਹੈ ਉਹਨੂੰ ਆਪਣੇ ਆਪ ਹੀ ਧਿਆਨ ਰੱਖਣਾ ਚਾਹੀਦਾ ਭਾਈ, ਬਾਰ-ਬਾਰ ਇਹ ਬੇਨਤੀ ਨਾ ਕਰਨੀ ਪਵੇ। ਗਾਵੋ ਗੁਰਾਨੀ ਬਾਣੀ ਆਵੋ ਸਿੱਖੋ ਪਿਆਰੋ, ਗਾਵੋ ਗੁਰਾਨੀ ਬਾਣੀ ਆਵੋ ਸਿੱਖੋ ਪਿਆਰੋ। ਸਾਧ ਸੰਗਤ ਇਉਂ ਸਤਿਗੁਰੂ ਜੀ ਨੇ ਇਹ ਦਾਤ ਗੁਰਸਿੱਖਾਂ ਨੂੰ ਬਖਸ਼ ਦਿੱਤੀ। ਜਿੱਥੇ ਇਤਿਹਾਸ ਦਾ ਜ਼ਿਕਰ ਆਉਂਦਾ ਰਬਾਬੀਆਂ ਦਾ, ਉੱਥੇ ਭਾਈ ਨਿਵਲਾ, ਭਾਈ ਨਿਹਾਲੂ ਵਗੈਰਾ ਇਤਿਹਾਸ ਉਹਨਾਂ ਸਿੱਖਾਂ ਦਾ ਵੀ ਜ਼ਿਕਰ ਆਉਂਦਾ ਹੈ। ਉਹ ਵੀ ਸਤਿਗੁਰੂ ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਦੇ ਸੱਚਖੰਡ ਦਰਬਾਰ ਵਿੱਚ ਕੀਰਤਨ ਕਰਿਆ ਕਰਦੇ। ਔਰ ਜਦੋਂ ਕੀਰਤਨ ਕਰਦੇ ਬੜਾ ਸੰਗਤਾਂ ਦਾ ਮਨ ਜੁੜਦਾ। ਸਾਹਿਬ ਗੁਰੂ ਅਰਜਨ ਦੇਵ ਜੀ ਮਹਾਰਾਜ ਦੇ ਚਰਨਾਂ ਦੇ ਵਿੱਚ ਸਿੱਖਾਂ ਨੇ ਬੇਨਤੀ ਵੀ ਕੀਤੀ ਕਿ ਗਰੀਬ ਨਵਾਜ਼ ਜਦੋਂ ਇਹ ਗੁਰੂ ਕੇ ਸਿੱਖ ਕੀਰਤਨ ਕਰਦੇ ਨੇ ਉਦੋਂ ਸਾਡਾ ਮਨ ਜ਼ਿਆਦਾ ਜੁੜਦਾ ਹੈ। ਉਹਦਾ ਕੀ ਸਬਬ, ਕੀ ਕਾਰਨ? ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਕਹਿਣਗੇ, ਭਾਈ ਜਿਹੜੇ ਗੁਰਸਿੱਖ ਆਪ ਸ਼ਬਦ ਦੀ ਕਮਾਈ ਕਰਦੇ ਹਨ,
ਆਪ ਸ਼ਬਦ ਦੀ ਕਮਾਈ ਕਰਕੇ ਫਿਰ ਗੁਰਬਾਣੀ ਦਾ ਗਾਇਨ, ਗੁਰਬਾਣੀ ਦਾ ਕੀਰਤਨ ਜਾਂ ਗੁਰਬਾਣੀ ਦੀ ਵਿਚਾਰ ਕਰਦੇ ਹਨ। ਕਿਉਂਕਿ ਐਸਾ ਵੀ ਜ਼ਿਕਰ ਆਉਂਦਾ ਹੈ ਇਤਿਹਾਸ ਦੇ ਵਿੱਚ ਕਿ ਇਹ ਸਿੱਖ ਗੁਰਬਾਣੀ ਦੇ ਗਾਇਨ, ਗੁਰਬਾਣੀ ਦੇ ਕੀਰਤਨ ਦੇ ਨਾਲ ਨਾਲ ਗੁਰਬਾਣੀ ਦੀ ਵਿਆਖਿਆ ਵੀ ਕਰਿਆ ਕਰਦੇ। ਫਿਰ ਸਿੱਖਾਂ ਵਾਸਤੇ ਇੱਕ ਨਵਾਂ ਪ੍ਰਸ਼ਨ ਖੜਾ ਹੋ ਗਿਆ, ਮਹਾਰਾਜ ਗੁਰਬਾਣੀ ਦਾ ਗਾਇਨ ਹੀ ਕਰਨਾ ਜਾਂ ਗੁਰਬਾਣੀ ਦੀ ਵਿਆਖਿਆ ਵੀ ਕੀਤੀ ਜਾ ਸਕਦੀ ਹੈ। ਦੇਖੋ, ਇਤਿਹਾਸ ਦੇ ਨਾਲ ਸੰਬੰਧਿਤ ਜਿਤਨੀਆਂ ਵੀ ਘਟਨਾਵਾਂ ਨੇ ਉਹ ਸਾਡਾ ਮਾਰਗਦਰਸ਼ਨ ਕਰਦੀਆਂ ਨੇ। ਠੀਕ ਹੈ, ਇੱਕ ਤੇ ਸਾਡੇ ਵਾਸਤੇ ਗੁਰਬਾਣੀ ਹੈ, ਇੱਕ ਓਂਕਾਰ ਤੋਂ ਲਾ ਕੇ 18 10 20 ਤੱਕ ਜਿਹੜੀ ਸਾਡੇ ਵਾਸਤੇ ਇੱਕ ਵਿਧਾਨ ਹੈ, ਜੋ ਗੁਰਮਤਿ ਦੀ ਰਾਹ ਰੀਤ ਹੈ, ਉਸ ਨੂੰ ਦ੍ਰਿੜ ਕਰਾਉਣ ਵਾਸਤੇ ਗੁਰਬਾਣੀ ਦੇ ਨਾਲ ਵੱਡਾ ਪ੍ਰਮਾਣ ਸਾਡੇ ਪਾਸ ਹੋਰ ਕੋਈ ਨਹੀਂ। ਭਾਈ ਗੁਰਦਾਸ ਜੀ ਨੇ ਵਾਰਾਂ, ਉਹਨਾਂ ਦੀ ਰਚਨਾ, ਉਹਨਾਂ ਦੇ ਕਵਿਤ ਸਵਈਏ, ਉਹ ਵੀ ਗੁਰਬਾਣੀ ਦੀ, ਗੁਰਮਤਿ ਦੀ ਹੀ ਵਿਆਖਿਆ ਕਰਦੇ ਹਨ। ਇਸੇ ਤਰ੍ਹਾਂ ਭਾਈ ਨੰਦ ਲਾਲ ਜੀ ਦੀ ਰਚਨਾ, ਉਹਨਾਂ ਨੇ ਗਜ਼ਲਾਂ, ਉਹਨਾਂ ਨੂੰ ਵੀ ਗੁਰਸਿੱਖ ਬੜੀ ਸ਼ਰਧਾ ਔਰ ਬੜੇ ਸਤਿਕਾਰ ਦੇ ਨਾਲ ਪੜ੍ਹਦੇ ਹਨ। ਔਰ ਗੁਰਬਾਣੀ ਦੀ ਜਿਹੜੀ ਵਿਆਖਿਆ ਦੀ ਪਰੰਪਰਾ ਹੈ, ਇਹ ਵੀ ਗੁਰੂ ਘਰ ਵਿੱਚ ਸਾਡੇ ਗੁਰੂ ਸਾਹਿਬਾਨ ਦੇ ਸਮੇਂ ਤੋਂ ਹੀ ਪ੍ਰਚਲਿਤ ਹੋ ਚੁੱਕੀ ਸੀ। ਜਦੋਂ ਇੱਕ ਵਾਰ ਸਿੱਖਾਂ ਨੇ ਪ੍ਰਸ਼ਨ ਕੀਤਾ, ਸਾਹਿਬ ਗੁਰੂ ਅਰਜਨ ਦੇਵ ਜੀ ਮਹਾਰਾਜ ਨੇ ਫਿਰ ਇਹ ਉਪਦੇਸ਼ ਬਖਸ਼ਿਆ, ਗੁਰਸਿੱਖੋ ਜੇ ਇਕੱਲਾ ਸਿੱਖ ਬੈਠ ਕੇ ਗੁਰਬਾਣੀ ਪੜ੍ਹ ਰਿਹਾ ਹੈ ਨਾ, ਉਹ ਤੇ ਇਉਂ ਹੈ ਜਿਸ ਤਰ੍ਹਾਂ ਕੋਈ ਜ਼ਿਮੀਂਦਾਰ ਆਪਣਾ ਖੇਤ ਸਿੰਜਣ ਵਾਸਤੇ ਆਪਣਾ ਖੂਹ ਜੋੜ ਲਵੇ ਜਾਂ ਆਪਣਾ ਟਿਊਬਵੈਲ ਚਲਾ ਲਵੇ। ਆਪਣਾ ਪੰਪ ਚਲਾ ਕੇ, ਆਪਣਾ ਟਿਊਬਵੈਲ ਚਲਾ ਕੇ ਆਪਣਾ ਖੇਤ ਸਿੰਜ ਲਿਆ, ਨਾਲ ਦੇ ਜ਼ਿਮੀਂਦਾਰ ਨੂੰ ਤੇ ਕੋਈ ਲਾਭ ਨਹੀਂ। ਜੇ ਮੋਹਲੇ ਧਾਰ ਮੀਂਹ ਪੈਣਾ ਸ਼ੁਰੂ ਹੋ ਜਾਵੇ, ਫਿਰ ਉਹਦੇ ਨਾਲ ਸਾਰੇ ਜ਼ਿਮੀਂਦਾਰਾਂ ਦੇ ਖੇਤ ਸਿੰਜੇ ਜਾਂਦੇ ਹਨ। ਪਰ ਮੋਹਲੇ ਧਾਰ ਮੀਂਹ ਬਹੁਤਾ ਲੰਮਾ ਸਮਾਂ ਨਹੀਂ ਪਿਆ ਕਰਦਾ, ਜਿਸ ਤਰ੍ਹਾਂ ਥੰਡਰ ਸਟਾਰਮ ਹੁੰਦਾ ਹੈ। ਉਹ ਥੋੜੀ ਦੇਰ ਦੇ ਵਿੱਚ ਹੀ ਬਰਸ ਕੇ ਫਿਰ ਆਸਮਾਨ ਵਿੱਚ ਹੀ ਅਲੋਪ ਹੋ ਜਾਂਦਾ ਹੈ। ਫਿਰ ਇੱਕ ਝੜੀ ਲੱਗ ਜਾਂਦੀ ਹੈ, ਨਿੱਕੀ ਕਣੀ ਦਾ ਮੀਂਹ, ਉਹ ਮੁਤਵਾਤਰ ਕਈ ਦਿਨ ਲਗਾਤਾਰ ਪੈਂਦਾ ਹੀ ਰਹਿੰਦਾ ਹੈ। ਉਹਦਾ ਅਸਰ ਵੀ ਜ਼ਮੀਨ ਵਿੱਚ ਗਹਿਰਾਈ ਤੱਕ ਹੋਇਆ ਕਰਦਾ ਹੈ। ਮੋਹਲੇ ਧਰਮੀ ਪੈਂਦਾ ਹੋਵੇ, ਉਹਦਾ ਅਸਰ ਬਹੁਤਾ ਗਹਿਰਾਈ ਤੱਕ ਨਹੀਂ ਜਾਂਦਾ, ਰੁੜ ਕੇ ਪਾਣੀ ਅੱਗੇ ਲੰਘ ਜਾਂਦਾ ਹੈ। ਗੁਰੂ ਅਰਜਨ ਦੇਵ ਜੀ ਮਹਾਰਾਜ ਕਹਿੰਦੇ, ਗੁਰਸਿੱਖੋ ਇਕੱਲਾ ਸਿੱਖ ਬੈਠਾ ਬਾਣੀ ਪੜ੍ਹ ਰਿਹਾ ਹੈ, ਉਹ ਤੇ ਇਉਂ ਹੈ ਜਿਸ ਤਰ੍ਹਾਂ ਕੋਈ ਜ਼ਿਮੀਂਦਾਰ ਆਪਣਾ ਟਿਊਬਵੈਲ ਚਲਾ ਕੇ, ਆਪਣਾ ਖੂਹ ਜੋੜ ਕੇ ਆਪਣਾ ਖੇਤ ਸਿੰਜ ਲਵੇ। ਜਦੋਂ ਗੁਰਬਾਣੀ ਦਾ ਅਖੰਡ ਕੀਰਤਨ ਹੋ ਰਿਹਾ ਹੋਵੇ, ਉਹ ਮਾਨੋ ਨਾਮ ਬਾਣੀ ਦੀ ਮੋਹਲੇ ਧਾਰ ਵਰਖਾ ਹੈ। ਹਾਂ, ਗੁਰਬਾਣੀ ਦੇ ਕੀਰਤਨ ਦਾ ਲਾਭ ਕਈ ਵਾਰ ਸੰਗਤਾਂ ਨੂੰ, ਠੀਕ ਹੈ, ਜਿਨ੍ਹਾਂ ਦੀ ਸੰਗੀਤ ਦੇ ਵਿੱਚ ਥੋੜੀ ਬਹੁਤ ਰੁਚੀ ਹੈ, ਜਿਨ੍ਹਾਂ ਨੂੰ ਸੁਰਤਾਲ ਦਾ ਗਿਆਨ ਹੈ, ਜਾਂ ਜਿਨ੍ਹਾਂ ਨੂੰ ਗੁਰਬਾਣੀ ਦੇ ਅਰਥਾਂ ਦਾ ਬੋਧ ਹੈ, ਜਿਨ੍ਹਾਂ ਨੂੰ ਸਤਿਗੁਰੂ ਜੀ ਨੇ ਐਸਾ ਵਿਵੇਕ ਬਖਸ਼ ਦਿੱਤਾ ਹੈ, ਉਹਨਾਂ ਨੂੰ ਗੁਰਬਾਣੀ ਦੇ ਕੀਰਤਨ ਦਾ ਬਹੁਤਾ ਆਨੰਦ ਆਉਂਦਾ ਹੈ। ਕਈ ਵਾਰ ਅਖੰਡ ਕੀਰਤਨ ਹੋ ਰਿਹਾ ਹੋਵੇ, ਗੁਰਬਾਣੀ ਦਾ ਜੋ ਸਾਰ ਸਿਧਾਂਤ ਹੈ, ਗੁਰਬਾਣੀ ਦੇ ਅਰਥਾਂ ਦੀ ਵਿਚਾਰ ਸਮਝ ਨਹੀਂ ਪੈਂਦੀ, ਪੂਰਾ ਲਾਭ ਨਹੀਂ ਪ੍ਰਾਪਤ ਕੀਤਾ ਜਾ ਸਕਦਾ। ਔਰ ਜੇ ਨਾਲ ਵਿਆਖਿਆ ਵੀ ਕਰ ਦਿੱਤੀ ਜਾਵੇ, ਫਿਰ ਸਾਹਿਬ ਗੁਰੂ ਅਰਜਨ ਦੇਵ ਜੀ ਮਹਾਰਾਜ ਕਹਿਣਗੇ, ਗੁਰਸਿੱਖੋ ਇਹ ਸੋਨੇ ਉੱਪਰ ਸੁਹਾਗੇ ਵਾਲੀ ਗੱਲ ਹੈ। ਇਹ ਗੁਰਬਾਣੀ ਦੀ ਵਿਆਖਿਆ ਕੀਰਤਨ ਦੇ ਨਾਲ ਨਾਲ ਵਿਖਿਆਨ, ਇਹ ਮਾਨੋ ਨਿੱਕੀ ਬੂੰਦ ਦਾ ਮੀਂਹ ਹੈ, ਜਦੋਂ ਝੜੀ ਲੱਗ ਜਾਂਦੀ ਹੈ। ਜਿਹੜਾ ਝੜੀ ਵਾਲਾ ਮੀਂਹ ਹੈ, ਜਿਸ ਤਰ੍ਹਾਂ ਉਹਦਾ ਅਸਰ ਜ਼ਮੀਨ ਵਿੱਚ ਗਹਿਰਾਈ ਤੱਕ ਹੋਇਆ ਕਰਦਾ ਹੈ, ਬਿਲਕੁਲ ਇਸੇ ਤਰ੍ਹਾਂ ਜਦੋਂ ਕੀਰਤਨ ਦੇ ਨਾਲ ਨਾਲ ਵਿਆਖਿਆ ਵੀ ਕੀਤੀ ਜਾਵੇ,
ਉਹਦਾ ਅਸਰ ਹਿਰਦੇ ਦੀ ਗਹਿਰਾਈ ਤੱਕ ਹੋਇਆ ਕਰਦਾ ਹੈ। ਸੰਤ ਬਾਬਾ ਈਸ਼ਰ ਸਿੰਘ ਜੀ ਮਹਾਰਾਜ ਰਾੜਾ ਸਾਹਿਬ ਵਾਲੇ, ਜਿਨ੍ਹਾਂ ਨੂੰ ਸੰਤ ਬਾਬਾ ਤ੍ਰਿਸ਼ਤ ਸਿੰਘ ਜੀ ਡੇਰੂ ਸਾਹਿਬ ਵਾਲਿਆਂ ਪਾਸੋਂ, ਸੰਤ ਬਾਬਾ ਤ੍ਰਿਸ਼ਤ ਸਿੰਘ ਜੀ ਮਸਤਵਾਣੇ ਵਾਲੇ ਮਹਾਂਪੁਰਖਾਂ ਦੇ ਪਾਸੋਂ ਇਹ ਆਸ਼ੀਰਵਾਦ ਮਿਲਿਆ ਵੀ ਤੁਸੀਂ ਕੀਰਤਨ ਭਗਤੀ ਦੁਆਰਾ, ਗੁਰਬਾਣੀ ਦੇ ਕੀਰਤਨ ਦੁਆਰਾ ਗੁਰੂ ਨਾਨਕ ਦਾ ਸੰਦੇਸ਼ ਸੰਸਾਰ ਦੇ ਕੋਨੇ-ਕੋਨੇ ਵਿੱਚ ਪਹੁੰਚਾਉਣਾ ਹੈ। ਤੁਹਾਡੇ ਪਾਸੋਂ ਗੁਰੂ ਨਾਨਕ ਨੇ ਕੀਰਤਨ ਦੀ ਸੇਵਾ ਲੈਣੀ ਹੈ। ਜਦੋਂ ਸੰਤ ਬਾਬਾ ਤ੍ਰਿਸ਼ਤ ਸਿੰਘ ਜੀ ਡੇਰੂ ਸਾਹਿਬ ਵਾਲਿਆਂ ਨੇ ਉਹਨਾਂ ਨੂੰ ਆਗਿਆ ਕੀਤੀ, ਆਪਣੀ ਆਸੀਸ ਦਿੱਤੀ, ਕੀਰਤਨ ਸਿੱਖਣ ਵਾਸਤੇ ਪ੍ਰੇਰਿਆ, ਨਾਲ ਇਹ ਵੀ ਆਗਿਆ ਕੀਤੀ ਕਿ ਜਿਹੜੇ ਗੁਰਮਤਿ ਦੇ ਗ੍ਰੰਥ ਨੇ ਉਹਨਾਂ ਦਾ ਅਧਿਐਨ ਵੀ ਕਰਨਾ ਹੈ, ਕਿਉਂਕਿ ਕੀਰਤਨ ਦੇ ਨਾਲ ਨਾਲ ਵਿਆਖਿਆ ਵੀ ਜ਼ਰੂਰੀ ਹੈ। ਗੁਰਬਾਣੀ ਦੀ ਜਿਹੜੀ ਵਿਚਾਰ ਕੀਰਤਨ ਦੌਰਾਨ ਸਮਝ ਨਹੀਂ ਪੈ ਸਕਦੀ, ਉਹ ਵਿਆਖਿਆ ਦੌਰਾਨ ਸਮਝ ਵਿੱਚ ਪੈ ਜਾਂਦੀ ਹੈ। ਵੱਡੇ ਸੰਤ ਜੀ ਮਹਾਰਾਜ ਆਪ ਕਿਹਾ ਕਰਦੇ ਵੀ ਅਸੀਂ ਪਹਿਲਾਂ ਕੀਰਤਨ ਰਾਗਾਂ ਦੇ ਵਿਚਾਰਿਤਾਂ ਵਿੱਚ ਵੀ ਕਰਿਆ ਕਰਦੇ, ਔਰ ਜਿਹੜਾ ਮਹਾਂਪੁਰਖਾਂ ਨੇ ਸੰਤ ਬਾਬਾ ਤ੍ਰਿਸ਼ਤ ਸਿੰਘ ਜੀ ਮਸਤਵਾਣੇ ਵਾਲਿਆਂ ਨੇ ਸਿੱਧੀਆਂ ਧਾਰਨਾ ਵਾਲੇ ਕੀਰਤਨ ਦਾ ਇਹ ਗੁਰੂ ਘਰ ਵਿੱਚ ਪ੍ਰਵਾਹ ਚਲਾਇਆ। ਅਸੀਂ ਉਸ ਪਰੰਪਰਾ ਨੂੰ ਵੀ ਅਪਣਾਇਆ। ਜਦੋਂ ਦੇਖਿਆ ਵੀ ਜਿਹੜਾ ਧਾਰਨਾ ਵਾਲਾ ਕੀਰਤਨ ਹੈ ਇਹਦਾ ਸੰਗਤਾਂ ਤੇ ਜ਼ਿਆਦਾ ਅਸਰ ਹੁੰਦਾ ਹੈ, ਸੰਗਤਾਂ ਨੂੰ ਜ਼ਿਆਦਾ ਲਾਭ ਪਹੁੰਚਦਾ ਹੈ। ਇਸ ਕਰਕੇ ਅਸੀਂ ਇਹ ਕੀਰਤਨ ਦੀ ਜਿਹੜੀ ਇਹ ਪਰੰਪਰਾ ਹੈ ਗੁਰਬਾਣੀ ਦੀਆਂ ਧਾਰਨਾ ਵਾਲੀ, ਤੇ ਇਸ ਨੂੰ ਅਡਾਪਟ ਕੀਤਾ। ਕੀਰਤਨ ਅਸੀਂ ਰਾਗਾਂ ਵਿੱਚ ਵੀ ਕਰ ਸਕਦੇ ਸੀ, ਰੀਤਾਂ ਵਿੱਚ ਵੀ ਕਰਿਆ ਕਰਦੇ, ਪਰ ਜਦੋਂ ਦੇਖਿਆ ਕਿ ਸੰਗਤਾਂ ਨੂੰ ਇਸ ਵਿਧੀ ਦੁਆਰਾ ਗੁਰਬਾਣੀ ਦੇ ਕੀਰਤਨ ਉਪਦੇਸ਼ ਦਾ ਜ਼ਿਆਦਾ ਲਾਭ ਪ੍ਰਾਪਤ ਹੁੰਦਾ ਹੈ, ਅਸੀਂ ਇਹ ਵਿਧੀ ਅਡਾਪਟ ਕਰ ਲਈ। ਖੈਰ ਧਿਆਨ ਦਿਓ, ਸਾਹਿਬ ਗੁਰੂ ਅਰਜਨ ਦੇਵ ਜੀ ਮਹਾਰਾਜ ਨੇ ਦਾਤ ਆਪਣੇ ਪੈਰੋਕਾਰਾਂ ਵਿੱਚ, ਆਪਣੇ ਗੁਰਸਿੱਖਾਂ ਵਿੱਚ ਵੰਡ ਦਿੱਤੀ। ਗੁਰਸਿੱਖੋ, ਸਾਨੂੰ ਗੁਰੂ ਅਮਰਦਾਸ ਜੀ ਮਹਾਰਾਜ ਦੀ ਆਗਿਆ ਦਾ ਪਾਲਣ ਕਰੋ, ਜਿਹੜੇ ਸਮੁੱਚੇ ਤੌਰ ਤੇ ਸਭਨਾਂ ਨੂੰ ਹੀ ਮੁਖਾਤਬ ਹੋ ਕੇ ਹਰ ਗੁਰਸਿੱਖ ਮਾਤਰ ਨੂੰ ਇਹ ਆਗਿਆ ਕਰ ਰਹੇ ਨੇ ਕਿ ਇਹ ਗੁਰੂ ਦੇ ਪਿਆਰੇ ਗੁਰਸਿੱਖੋ, ਤੁਸੀਂ ਜੁੜ ਮਿਲ ਕੇ ਇਕੱਤਰ ਹੋ ਕੇ ਗੁਰਬਾਣੀ ਦਾ ਗਾਇਨ ਕਰੋ। ਇਹ ਕਲਯੁਗ ਦੇ ਸਮੇਂ ਦਾ ਸਭ ਤੋਂ ਵੱਡਾ ਪੁੰਨ ਹੈ। ਤਿੱਥੈ ਤੂੰ ਸਮਰੱਥ ਜਿੱਥੈ ਕੋਈ ਨਾਹੇ, ਉਥੈ ਤੇਰੀ ਰਖ ਅਗਨੀ ਉਦਰ ਮਾਹੇ। ਸੁਣ ਕੇ ਜਮ ਕੇ ਦੂਤ ਨਾਏ, ਤੇਰਾ ਛੱਡ ਜਾਏ ਭੌਜਲ ਬਿਖਮ ਸੁਗਾ। ਗੁਰ ਸਬਦੀ ਪਾਰ ਪਾਏ, ਜਿਨ ਕਉ ਲੱਗੀ ਪਿਆਸ ਅੰਮ੍ਰਿਤ ਸੇਈ ਖਾਏ। ਕਲ ਮੈਂ ਇਹੋ ਪੁੰਨ ਗੁਣ ਗੋਬਿੰਦ ਗਾਏ। ਗਾਓ ਮੇਰੀ ਰਸਨਾ ਕੀਰਤ ਪ੍ਰਭ ਕੀ, ਗਾਓ ਮੇਰੀ ਰਸਨਾ ਕੀਰਤ ਪ੍ਰਭ
ਆਪ ਸਭਨਾਂ ਦੇ ਅਤਿਅੰਤ ਵੱਡੇ ਭਾਗ ਨੇ ਜੋ ਆਪ ਸਾਰਿਆਂ ਨੂੰ ਇਸ ਕੀਰਤਨ ਭਗਤੀ ਦੇ ਵਿੱਚ ਸ਼ਮੂਲੀਅਤ ਕਰਨ ਦਾ ਇਹ ਅਵਸਰ ਪ੍ਰਾਪਤ ਹੋਇਆ ਹੈ। ਹੁਣ ਸਮਾਂ ਅੱਗੇ ਇਜਾਜ਼ਤ ਨਹੀਂ ਦੇ ਰਿਹਾ। ਸਭ ਗੁਰੂ ਕਮਾਈ ਭਾਈ ਸ੍ਰੀ ਅਨੰਦ ਸਾਹਿਬ ਔਰ ਗੁਰੂ ਸਤੋਤਰ ਦਾ ਗਾਇਨ ਕਰੋ। ਰਾਮ ਕਲੀ ਮਹਲਾ ਤੀਜਾ ਆਨੰਦ। ਇੱਕ ਓੰਕਾਰ ਸਤਿਗੁਰ ਪ੍ਰਸਾਦ ਆਨੰਦ ਮਾਇਆ ਮੇਰੀ ਮਾਇਆ ਸਤਿਗੁਰ ਮੈਂ ਪਾਇਆ। ਅਬ ਦੋ ਨਾ ਗਾਵੋ ਹਰੀ ਤੇਰਾ ਮਨ ਜੀਵ ਪਾਇਆ। ਧਨ ਹੈ ਗੁਰੂ ਨਾਨਕ ਸਾਹਿਬ ਧਨ
ਵਾਹਿਗੁਰੂ ਬੋਲ ਕੇ ਨਾਲੋ ਵਾਹਿਗੁਰੂ ਬੋਲ ਕੇ ਨਾਲੋ ਵਾਹਿਗੁਰੂ ਵਾਹਿਗੁਰੂ ਬੋਲ ਪਿਆਰਿਆ ਤੇਰਾ ਪਿਆਰਾ ਤੇਰਾ ਬੋਲ ਪਿਆਰਿਆ ਵਾਹਿਗੁਰੂ ਵਾਹਿਗੁਰੂ ਬੋਲ ਪਿਆਰਿਆ ਤੇਰਾ ਕ੍ਰਿਸ਼ਨ ਤੇਰਾ ਬੋਲ ਪਿਆਰਿਆ ਸਤਿਨਾਮ ਸ੍ਰੀ ਵਾਹਿਗੁਰੂ ਸਤਿਨਾਮ ਸ੍ਰੀ ਵਾਹਿਗੁਰੂ ਵਾਹਿਗੁਰੂ ਕੇ ਨਾਲੋ ਵਾਹਿਗੁਰੂ ਕੇ ਨਾਲੋ ਸਤਿਨਾਮ ਸ੍ਰੀ ਵਾਹਿਗੁਰੂ ਸਤਿਨਾਮ ਸ੍ਰੀ ਸਾਧ ਸੰਗਤ ਨੇ ਹਾਜ਼ਰੀ ਪ੍ਰਵਾਨ ਕਰਨੀ ਮਾਤਾ ਦੀ ਖਿਮਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।